राधा स्वामी। प्यारी साध संगत जी, ਅੱਜ ਬਾਬਾ ਜੀ ਮਹਾਰਾਜ ਜੀ ਦੀ ਜਨਮ ਸਾਖੀ ਦੀ ਇਹ ਆਖਰੀ ਸਾਖੀ ਹੈ। ਇਸ ਤੋਂ ਬਾਅਦ ਬਾਬਾ ਮਿਹਰ ਸਿੰਘ ਜੀ ਦੀ ਜਨਮ ਸਾਖੀ ਸੁਣਾਈ ਜਾਵੇਗੀ ਤੇ ਸਾਰੀ ਸੰਗਤ ਸ਼ੁਰੂ ਤੋਂ ਹੀ ਜਨਮ ਸਾਖੀ ਸੁਣਨੀ ਸ਼ੁਰੂ ਕਰਿਆ ਜੇ। दरबार जन्म स्थान संत सतगुरु हजूर बाबा बग्गा सिंह जी महाराज चूसलेवड़ 19 अगस्त 1970 ਨੂੰ बेला सिंह साधु सेवक सतगुरु बाबा जी महाराज ਉਹਨਾਂ ਦੀ जन्म साखी लिखण वास्ते साखियां इकट्ठियां करदा होया जद ईशरदास राजा जंग ਜ਼ਿਲ੍ਹਾ ਲਾਹੌਰ ਵਾਲੇ ਦੇ ਘਰ ਹਾਲ ਭੇਵਾ ਜ਼ਿਲ੍ਹਾ ਕਰਨਾਲ ਵਿੱਚ ਪੁੱਜਾ ਤਾਂ ਉੱਥੇ ਦਿੱਲੀ ਤੋਂ ਮੁੜਦੇ ਹੋਏ ਬਾਬਾ ਸਾਧੂ ਸਿੰਘ ਜੀ ਮਹਾਰਾਜ ਪਾਠੀ ਸਤਿਗੁਰੂ ਬਾਬਾ ਜੀ ਮਹਾਰਾਜ ਬੇਲਾ ਸਿੰਘ ਜੀ ਨੂੰ ਮਿਲੇ ਅਤੇ ਫਰਮਾਇਆ, ਬੇਲਾ ਸਿੰਘ, ਸਤਿਗੁਰ ਦੇ ਜਨਮ ਵਾਲੀ ਥਾਂ ਤੇ ਦਰਬਾਰ ਬਣਾਇਆ ਜਾਵੇ। ਤਾਂ ਉਸ ਨੇ ਆਖਿਆ, ਮੈਂ ਕੀ ਕਰ ਸਕਦਾ ਹਾਂ, ਆਪ ਦੇ ਕੋਲ ਸੰਗਤ ਹੈ, ਮਾਇਆ ਹੈ, ਆਪ ਸਭ ਕੁਝ ਬਣਾ ਸਕਦੇ ਹੋ, ਪਰ ਮੈਂ ਤਾਂ ਨਿਰਧਨ ਹਾਂ। ਤਾਂ ਉਹਨਾਂ ਨੇ ਫਰਮਾਇਆ, ਤੂੰ ਜਗ੍ਹਾ ਖਰੀਦ, ਰੁਪਇਆ ਅਸੀਂ ਲਾਵਾਂਗੇ। ਤਾਂ ਬੇਲਾ ਸਿੰਘ ਨੇ ਅਰਜ਼ ਕੀਤੀ, ਇੱਕ ਆਦਮੀ ਦਾ ਲੜਕਾ ਗਵਾਚ ਗਿਆ ਹੈ। ਸਤਿਗੁਰਾਂ ਦੀ ਦਇਆ ਨਾਲ ਮੈਂ ਬਚਨ ਕੀਤਾ ਹੈ ਕਿ ਤੇਰਾ ਲੜਕਾ 2 ਮਹੀਨਿਆਂ ਦੇ ਅੰਦਰ ਅੰਦਰ ਆ ਜਾਵੇਗਾ। ਤਾਂ ਉਸ ਨੇ ਇਕਰਾਰ ਕੀਤਾ ਹੈ ਕਿ ਜੇ 2 ਮਹੀਨਿਆਂ ਨੂੰ ਆ ਜਾਵੇ ਤਾਂ ਮੈਂ ਜਨਮ ਅਸਥਾਨ ਵਾਲੀ ਜਗ੍ਹਾ ਮੁੱਲ ਲੈ ਦੇਵਾਂਗਾ। ਮੇਰਾ ਵੀ ਖਿਆਲ ਹੈ ਕਿ ਉਹ ਜਗ੍ਹਾ ਖਰੀਦ ਕੇ ਕੋਈ ਨਿਸ਼ਾਨ ਬਣਾਇਆ ਜਾਵੇ। ਤਾਂ ਬਾਬਾ ਸਾਧੂ ਸਿੰਘ ਜੀ ਨੇ ਫਰਮਾਇਆ, ਚੰਗਾ, ਪਤਾ ਕਰ, ਪਰ ਉਸ ਜਗ੍ਹਾ ਉੱਤੇ ਦਰਬਾਰ ਸਾਹਿਬ ਬਣਾਉਣਾ ਹੈ, ਮਾਮੂਲੀ ਨਿਸ਼ਾਨ ਨਹੀਂ ਕਰਨਾ। ਉਹ ਆਦਮੀ ਸਤਿਗੁਰੂ ਬਾਬਾ ਜੀ ਮਹਾਰਾਜ ਦੇ ਹੁੰਦਿਆਂ ਵੀ ਕਾਫੀ ਸੇਵਾ ਕਰਦਾ ਹੁੰਦਾ ਸੀ, ਪਰ ਨਿਮਾਣਾ ਹੋ ਕੇ ਹੁਣ ਵੀ ਚਾਹੁੰਦਾ ਹੈ ਕਿ ਮੇਰਾ ਨਾਮ ਜ਼ਾਹਰ ਨਾ ਕੀਤਾ ਜਾਵੇ। 20 ਅਗਸਤ 1970 ਨੂੰ ਬੇਲਾ ਸਿੰਘ ਬਾਬਾ ਸਾਧੂ ਸਿੰਘ ਜੀ ਦੀ ਕਾਰ ਵਿੱਚ ਉਹਨਾਂ ਦੇ ਨਾਲ ਲੁਧਿਆਣੇ ਤੱਕ ਆਇਆ। ਉਹ ਤਾਂ ਉੱਥੋਂ ਫਿਰੋਜ਼ਪੁਰ ਆਪਣੇ ਡੇਰੇ ਚਲੇ ਗਏ ਅਤੇ ਬੇਲਾ ਸਿੰਘ ਉਸ ਆਦਮੀ ਕੋਲ ਪੁੱਜਾ। ਉਸ ਦਾ ਗਵਾਚਾ ਬੱਚਾ ਵਾਪਿਸ ਆ ਗਿਆ ਸੀ। ਉਸ ਸਤਸੰਗੀ ਨੇ ਕਿਹਾ ਕਿ ਥਾਂ ਦਾ ਸੌਦਾ ਕਰੋ, ਜਿੰਨੀ ਰਕਮ ਚਾਹੀਦੀ ਹੋਵੇ ਲੈ ਜਾਣਾ। ਉੱਥੋਂ ਅਗਲੇ ਦਿਨ ਬੇਲਾ ਸਿੰਘ ਚੂਸਲੇਵੜ ਪੁੱਜਾ ਅਤੇ ਭਾਈ ਤੇਜਾ ਸਿੰਘ ਤੇ ਹਕੀਮ ਸੁਮਤ ਸਿੰਘ ਜੀ ਚੂਸਲੇਵੜ ਵਾਲਿਆਂ ਨੂੰ ਨਾਲ ਲੈ ਕੇ ਮੋਜਾ ਸਿੰਘ ਤੋਂ 210 ਰੁਪਏ ਮਰਲਾ ਦੇ ਹਿਸਾਬ ਨਾਲ ਥਾਂ ਦਾ ਸੌਦਾ 21 ਅਗਸਤ ਨੂੰ ਮੁੱਕ ਗਿਆ। 26 ਅਗਸਤ ਨੂੰ ਥਾਂ ਮਿਣੀ ਗਈ, ਜਿਹੜੀ 12 ਮਰਲੇ ਇੱਕ ਸਰਸਾਈ ਹੋਈ। 27 ਅਗਸਤ ਨੂੰ ਮੋਜਾ ਸਿੰਘ ਈਸ਼ਰ ਸਿੰਘ ਨੂੰ ਨਾਲ ਲੈ ਕੇ ਪੱਟੀ ਰਜਿਸਟਰੀ ਕਰਾਉਣ ਗਏ ਤੇ ਪਰਾਗ ਰਾਮ ਅਰਜਨ ਨਵੀਸ ਨੂੰ ਮਿਲੇ। ਉਹ ਹਜੂਰ ਬਾਬਾ ਜੀ ਮਹਾਰਾਜ ਦਾ ਸਿੱਖ ਨਿਕਲਿਆ। ਉਹਦੀ ਸਲਾਹ ਨਾਲ ਦੋਹਾਂ ਤੋਂ ਹਿੱਬਾਨਾਮਾ ਲਿਖਵਾਇਆ ਗਿਆ ਅਤੇ ਰਜਿਸਟਰੀ ਹਜੂਰ ਬਾਬਾ ਜੀ ਮਹਾਰਾਜ ਸਾਹਿਬ ਜੀ ਦੇ ਨਾਮ ਤੇ ਕਰਾਈ ਗਈ, ਜਿਸ ਤੇ ਸਾਰਾ ਖਰਚਾ 2991 ਰੁਪਏ ਆਇਆ। ਇਹ ਸਾਰੇ ਰੁਪਏ ਉਸ ਆਦਮੀ ਨੇ ਦੇ ਦਿੱਤੇ ਜਿਸ ਦਾ ਲੜਕਾ ਗਵਾਚਾ ਸੀ। ਉਸ ਅਰਜੀ ਨਵੀਸ ਨੇ ਲਿਖਵਾਈ ਵੀ ਨਾ ਲਈ। 29 ਅਗਸਤ 1970 ਨੂੰ ਬੇਲਾ ਸਿੰਘ ਬਾਬਾ ਸਾਧੂ ਸਿੰਘ ਜੀ ਦੇ ਪਾਸ ਫਿਰੋਜ਼ਪੁਰ ਪੁੱਜਾ ਅਤੇ ਸਾਰੀ ਗੱਲ ਦੱਸੀ। ਉਹਨਾਂ ਨੇ 1000 ਰੁਪਇਆ ਇੱਟਾਂ ਤੇ ਸੀਮਟ ਖਰੀਦ ਲੈਣ ਲਈ ਦਿੱਤਾ। ਇਹ ਬਾਬਾ ਠਾਕੁਰ ਸਿੰਘ ਜੀ ਨੂੰ ਵੀ ਮਿਲਿਆ। 29 ਅਗਸਤ ਨੂੰ ਬੇਲਾ ਸਿੰਘ ਵਾਪਸ ਚੂਸਲੇਵੜ ਆ ਗਿਆ ਅਤੇ ਪੱਠਾ ਮੋੜ ਪੱਟੀ ਚੂਸਲੇਵੜ ਦੀਆਂ ਇੱਟਾਂ ਦਾ ਸੌਦਾ ਕੀਤਾ। 3 ਸਤੰਬਰ 1970 ਨੂੰ ਬਾਬਾ ਸਾਧੂ ਸਿੰਘ ਜੀ ਚੂਸਲੇਵੜ ਆਏ। ਉਸੇ ਦਿਨ ਇੱਟਾਂ ਵੀ ਆਉਣ ਲੱਗ ਪਈਆਂ। 4 ਸਤੰਬਰ ਨੂੰ ਤੇਲ ਚੋ ਕੇ ਸਤਿਗੁਰਾਂ ਦੇ ਦਰਬਾਰ ਦੀ 4 ਦੀਵਾਰੀ ਦੀ ਨੀਂਹ ਪੁੱਟਣ ਲਈ ਬਾਬਾ ਸਾਧੂ ਸਿੰਘ ਜੀ ਨੇ 5 ਟੱਪ ਲਾਏ ਅਤੇ ਸੰਗਤ ਨੀਹਾਂ ਪੁੱਟਣ ਲੱਗੀ।
4 ਨਵੀਆਂ ਕਹੀਆਂ ਮੁੱਲ ਲਈਆਂ ਗਈਆਂ। 6 ਸਤੰਬਰ ਤੱਕ ਇੱਟਾਂ ਰੋੜੇ ਆਉਂਦੇ ਰਹੇ। ਸੰਗਤ ਨੇ ਰੋੜੀ ਕੁੱਟੀ। ਬਾਬਾ ਸਾਧੂ ਸਿੰਘ ਜੀ ਨੇ ਪਹਿਲੀ ਟੋਕਰੀ ਸਿਰ ਤੇ ਚੁੱਕ ਕੇ ਨੀਂਹ ਵਿੱਚ ਸੁੱਟੀ ਅਤੇ ਪਿੱਛੋਂ ਸੰਗਤ ਰੋੜੀ ਕੁੱਟਦੀ ਤੇ ਨੀਂਹ ਵਿੱਚ ਪਾਉਂਦੀ ਰਹੀ। 6 ਸਤੰਬਰ 1970 ਨੂੰ ਦੁਪਹਿਰ ਨੂੰ 3 ਵਜੇ ਤੋਂ ਪਿੱਛੋਂ ਬਾਬਾ ਠਾਕੁਰ ਸਿੰਘ ਜੀ ਵੀ ਫਿਰੋਜ਼ਪੁਰ ਤੋਂ ਆ ਗਏ। ਉਹਨਾਂ ਦੇ ਨਾਲ ਉਹਨਾਂ ਦੀ ਸੰਗਤ ਵੀ ਸੀ। ਸਵੇਰੇ ਬਾਬਾ ਸਾਧੂ ਸਿੰਘ ਜੀ ਨੇ ਚਿੱਟੀ ਥਾਂ ਤੇ ਸਤਸੰਗ ਫਰਮਾਇਆ ਅਤੇ ਰਾਤ ਨੂੰ ਬਾਬਾ ਠਾਕੁਰ ਸਿੰਘ ਜੀ ਨੇ ਸਤਸੰਗ ਕੀਤਾ। 7 ਸਤੰਬਰ 1970 ਨੂੰ ਬਾਬਾ ਸਾਧੂ ਸਿੰਘ ਜੀ ਨੇ ਗਾਰੇ ਦਾ ਬਾਲਟਾ ਸਿਰ ਤੇ ਚੁੱਕਿਆ ਤੇ ਨੀਂਹ ਵਿੱਚ ਪਾਇਆ ਅਤੇ ਬਾਬਾ ਠਾਕੁਰ ਸਿੰਘ ਜੀ ਨੇ ਇੱਟਾਂ ਫੜਾਈਆਂ ਤੇ ਬੇਲਾ ਸਿੰਘ ਨੇ ਨੀਂਹ ਰੱਖੀ ਤੇ ਸੇਵਾ ਨੀਂਹ ਦੀ ਸ਼ੁਰੂ ਹੋ ਗਈ। ਦੁਪਹਿਰ ਤੋਂ ਪਿੱਛੋਂ ਬਾਬਾ ਸਾਧੂ ਸਿੰਘ ਜੀ ਵਾਪਸ ਚਲੇ ਗਏ ਅਤੇ ਬਾਬਾ ਠਾਕੁਰ ਸਿੰਘ ਜੀ ਉੱਥੇ ਰਹੇ। ਉਸ ਵੇਲੇ ਸੰਗਤ ਨੇ 840 ਰੁਪਏ ਮਾਇਆ ਭੇਟ ਕੀਤੀ ਸੀ। 12 ਸਤੰਬਰ 1970 ਨੂੰ ਦਰਬਾਰ ਜਨਮ ਅਸਥਾਨ ਵਾਲੀ ਜਗ੍ਹਾ ਤੇ ਨਲਕਾ ਲੱਗ ਗਿਆ। ਲਹਿੰਦੇ ਪਾਸੇ 4 ਮਰਲੇ ਥਾਂ 150 ਰੁਪਏ ਮਰਲੇ ਦੇ ਹਿਸਾਬ ਨਾਲ ਪੰਡਿਤ ਬਾਬਾ ਰਾਮ ਤੋਂ ਖਰੀਦੀ ਅਤੇ 15 ਸਤੰਬਰ ਨੂੰ ਰਜਿਸਟਰੀ ਕਰਵਾਈ ਗਈ ਤੇ ਇਸ ਦਿਨ ਹੀ ਜੰਗ ਬਹਾਦਰ ਸਿੰਘ ਦਾ ਘੱਲਿਆ ਹੋਇਆ ਸਾਈਕਲ ਉਸ ਦੇ ਘਰੋਂ ਲਿਆਂਦਾ ਗਿਆ। 17 ਸਤੰਬਰ ਨੂੰ ਬਾਬਾ ਠਾਕੁਰ ਸਿੰਘ ਜੀ ਚਲੇ ਗਏ ਅਤੇ ਉਸੇ ਦਿਨ ਦੁਪਹਿਰ ਤੋਂ ਪਿੱਛੋਂ ਬਾਬਾ ਸਾਧੂ ਸਿੰਘ ਜੀ ਆ ਗਏ। 18 ਸਤੰਬਰ 1970 ਨੂੰ ਦਰਸ਼ਨ ਆਦਿ ਸਿੰਘ ਕਾਲੇ ਮਾਹਰ ਤੋਂ 2.5 ਮਰਲੇ ਥਾਂ ਦਾ ਸੌਦਾ 175 ਰੁਪਏ ਮਰਲੇ ਦੇ ਹਿਸਾਬ ਨਾਲ ਹੋ ਗਿਆ ਅਤੇ ਉਹਨਾਂ ਨੂੰ ਰਕਮ ਦੇ ਦਿੱਤੀ। ਜ਼ਮੀਨ ਤੇ ਕਬਜ਼ਾ ਕਰ ਲਿਆ ਪਰ ਰਜਿਸਟਰੀ ਨਹੀਂ ਲਿਖਵਾਈ। 21 ਸਤੰਬਰ ਨੂੰ ਬਾਬਾ ਸਾਧੂ ਸਿੰਘ ਜੀ ਵਾਪਸ ਚਲੇ ਗਏ ਅਤੇ ਮਜ਼ਦੂਰ ਲਾ ਕੇ ਸੇਵਾ ਦਾ ਕੰਮ ਸ਼ੁਰੂ ਰੱਖਿਆ। 24 ਸਤੰਬਰ 1970 ਨੂੰ ਦੱਖਣ ਦੀ ਬਾਹੀ ਪਾਲ ਸਿੰਘ ਤੋਂ 400 ਰੁਪਏ 2 ਮਰਲੇ ਥਾਂ ਲੈ ਕੇ ਰਜਿਸਟਰੀ ਕਰਵਾਈ ਗਈ। 11 ਅਕਤੂਬਰ ਨੂੰ ਬਾਬਾ ਠਾਕੁਰ ਸਿੰਘ ਜੀ ਫਿਰ ਆ ਗਏ ਅਤੇ 15 ਅਕਤੂਬਰ ਨੂੰ ਇੱਕ ਕੋਠੇ ਤੇ ਜਿਹੜਾ ਦੱਖਣ ਵਿੱਚ ਸੀ ਛੱਤ ਪਾਈ ਗਈ। ਇਸ ਤਰ੍ਹਾਂ ਦੋਵੇਂ ਸਾਹਿਬ ਆਉਂਦੇ ਜਾਂਦੇ ਰਹੇ ਅਤੇ ਸੇਵਾ ਕਰਵਾਉਂਦੇ ਰਹੇ। 22 ਅਕਤੂਬਰ 1970 ਨੂੰ ਦਰਬਾਰ ਜਨਮ ਅਸਥਾਨ ਦੀ ਸੇਵਾ ਬੰਦ ਕਰਕੇ ਡੇਰਾ ਲੰਗਰਵਾਲਾ ਵਿੱਚ ਹਜੂਰ ਬਾਬਾ ਜੀ ਮਹਾਰਾਜ ਦਾ ਕਮਰਾ ਪੱਕਾ ਕਰਨਾ ਸ਼ੁਰੂ ਕੀਤਾ ਅਤੇ 2 ਨਵੰਬਰ ਨੂੰ ਛੱਤ ਪਾ ਦਿੱਤੀ ਗਈ। 26 ਸਤੰਬਰ ਨੂੰ ਲੰਗਰ ਵਾਸਤੇ ਕੁਝ ਭਾਂਡੇ ਬਾਬਾ ਸਾਧੂ ਸਿੰਘ ਜੀ ਨੇ ਦਿੱਤੇ। 15 ਦਸੰਬਰ 1970 ਨੂੰ ਬਿਜਲੀ ਫਿੱਟ ਕਰਕੇ ਚਾਲੂ ਹੋ ਗਈ ਅਤੇ ਸੇਵਾ ਕਮਰੇ ਦੀ ਬੰਦ ਕਰ ਦਿੱਤੀ ਗਈ। 6 ਮਾਰਚ 1971 ਨੂੰ ਦਰਬਾਰ ਜਨਮ ਅਸਥਾਨ ਦੀ ਨੀਂਹ ਪੱਟਣੀ ਸ਼ੁਰੂ ਕੀਤੀ। 9 ਮਾਰਚ ਨੂੰ 10 ਫੁੱਟ ਡੂੰਘੀ ਨੀਂਹ ਪੁੱਟ ਕੇ ਲੈਵਲ ਕੀਤਾ ਗਿਆ। 10-11 ਮਾਰਚ ਨੂੰ ਉਸ ਵਿੱਚ 5 ਮਜ਼ਦੂਰ ਲਾ ਕੇ ਪਾਣੀ ਪਾਉਂਦੇ ਰਹੇ ਤਾਂ ਜੋ ਨੀਂਹ ਨੇ ਬੈਠਣਾ ਹੋਵੇ ਤਾਂ ਬੈਠ ਜਾਵੇ। 27 ਮਾਰਚ ਤੱਕ ਨੀਂਹ ਦੇ ਚਾਰੇ ਪਾਸੇ 5 ਸੂਤਰ ਮੋਟੇ ਸਰੀਏ ਦੇ ਬੀਮ ਬੰਨੇ ਗਏ। 4 ਸਰੀਏ ਥੱਲੇ, 4 ਵਿਚਕਾਰ ਅਤੇ 4 ਉੱਪਰ ਰੱਖ ਕੇ ਬੀਮ ਬੱਧੇ। 2 ਫੁੱਟ ਚੌੜਾ ਤੇ 2 ਫੁੱਟ ਉੱਚਾ ਬੀਮ ਬੱਧਾ ਗਿਆ। ਥੱਲੇ 8 ਬੋਰੀ ਸੀਮੈਂਟ ਪਾ ਕੇ ਤੋੜੀ ਪਾ ਕੇ ਕੁਟਾਈ ਕੀਤੀ ਗਈ। 28 ਮਾਰਚ 1970 ਨੂੰ ਬਾਬਾ ਠਾਕੁਰ ਸਿੰਘ ਜੀ ਨੇ ਸਵੇਰੇ 2028 ਸੰਮਤ ਦਾ ਸਤਸੰਗ ਕੀਤਾ। ਫਿਰ ਬਾਬਾ ਸਾਧੂ ਸਿੰਘ ਜੀ ਵੀ ਆ ਗਏ। ਦੋਹਾਂ ਸਾਹਿਬਾਂ ਨੇ ਬਜਰੀ ਚੁੱਕ ਕੇ ਬੀਮ ਵਿੱਚ ਪਹਿਲਾਂ ਪਾਈ। ਫਿਰ ਸੰਗਤ ਨੇ ਬਜਰੀ ਨਾਲ ਬੀਮ ਭਰੇ। 4 ਮਜ਼ਦੂਰ ਵੀ ਲਾਏ ਗਏ। ਦੁਪਹਿਰ ਨੂੰ ਬਜਰੀ ਪੈ ਜਾਣ ਪਿੱਛੋਂ ਨੀਂਹ ਦੀ ਇੱਟ ਦੋਹਾਂ ਸਾਹਿਬਾਂ ਨੇ ਰਲ ਕੇ ਰੱਖੀ। ਉਸ ਦਿਨ ਫੁਲਕਾ ਜੰਗ ਬਹਾਦਰ ਸਿੰਘ ਨੇ ਆਪਣੇ ਖਰਚ ਨਾਲ ਸੰਗਤ ਲਈ ਤਿਆਰ ਕਰਵਾਇਆ। ਨੀਂਹ ਰੱਖ ਕੇ ਪ੍ਰਸ਼ਾਦ ਵੰਡਿਆ ਗਿਆ। ਫਿਰ ਦੋਵੇਂ ਮਹਾਤਮਾ ਵਾਪਸ ਫਿਰੋਜ਼ਪੁਰ ਚਲੇ ਗਏ। ਚਾਰੇ ਨੁਕਰਾਂ, ਚਾਰੇ ਦਰਵਾਜ਼ੇ ਤੇ ਚੌਹੀਂ ਪਾਸੀ ਬੀਮ ਖੜੇ ਕੀਤੇ ਗਏ ਜਿਹੜੇ ਬਜਰੀ ਨਾਲ ਭਰੇ ਗਏ। ਕੰਧਾਂ ਸੀਮੈਂਟ ਅਤੇ
ਇੱਟਾਂ ਨਾਲ ਕੀਤੀਆਂ ਗਈਆਂ, ਜਿਹੜੀਆਂ 3 ਫਰਵਰੀ 1972 ਤੱਕ ਜ਼ਮੀਨ ਦੇ ਬਰਾਬਰ ਤੱਕ ਹੋ ਗਈਆਂ। 4 ਫਰਵਰੀ 1972 ਨੂੰ ਬਰਾਂਡੇ ਦੀ ਨੀਂਹ ਪੁੱਟੀ ਗਈ। ਚਾਰੇ ਨੁੱਕਰਾਂ ਤੇ ਬੁਰਜੀਆਂ ਦੇ ਥੱਲੇ ਜਾਲੀ ਲਾ ਕੇ ਬੀਮ ਪਾਏ ਗਏ ਅਤੇ ਬੁਨਿਆਦ ਭਰ ਦਿੱਤੀ ਗਈ। ਇੱਟਾਂ ਤੇ ਸੀਮੈਂਟ ਮੁੱਕ ਜਾਣ ਕਾਰਨ ਕੰਮ ਬੰਦ ਕਰ ਦਿੱਤਾ ਗਿਆ। 14 ਅਪ੍ਰੈਲ 1972 ਨੂੰ ਬਾਬਾ ਠਾਕੁਰ ਸਿੰਘ ਜੀ ਤੇ ਬੀਬੀ ਹਰਨਾਮ ਕੌਰ ਸੇਵਾਦਾਰਾਂ ਸਮੇਤ ਆਏ ਤਾਂ ਜੋ ਦਰਬਾਰ ਜਨਮ ਅਸਥਾਨ ਵਾਸਤੇ ਇੱਟਾਂ ਲਿਆਈਆਂ ਜਾਣ। 15 ਅਪ੍ਰੈਲ ਨੂੰ 50,000 ਇੱਟ ਦਾ ਭੱਠਾ ਮੋੜਵਾਲਾ ਤੋਂ ਸੌਦਾ ਕੀਤਾ। 5150 ਰੁਪਏ ਬਾਬਾ ਠਾਕੁਰ ਸਿੰਘ ਜੀ ਨੇ ਦਿੱਤੇ ਤੇ ਇੱਟਾਂ ਆਉਣ ਲੱਗ ਪਈਆਂ। 7 ਅਪ੍ਰੈਲ ਨੂੰ 50,000 ਇੱਟ ਢਵਾ ਕੇ ਬਾਬਾ ਠਾਕੁਰ ਸਿੰਘ ਜੀ ਵਾਪਸ ਚਲੇ ਗਏ। 6 ਜੂਨ 1972 ਨੂੰ ਟਿਊਬਵੈੱਲ ਲਗਾਉਣ ਵਾਸਤੇ ਬੋਰਿੰਗ ਸ਼ੁਰੂ ਕੀਤਾ ਗਿਆ। 17 ਜੂਨ ਨੂੰ ਬੋਰਿੰਗ ਵਿੱਚ ਸਮਾਨ ਪਾਇਆ ਗਿਆ ਅਤੇ ਪਾਈਪ ਉਖੇੜ ਲਏ ਗਏ। ਜਲੰਧਰ ਤੋਂ ਨਵਾਂ ਪੰਪ ਬਣਵਾ ਕੇ ਲਿਆਂਦਾ ਗਿਆ ਅਤੇ 10 ਜੁਲਾਈ ਨੂੰ ਟਿਊਬਵੈੱਲ ਚਾਲੂ ਹੋ ਗਿਆ। 17 ਜੁਲਾਈ 1972 ਨੂੰ ਬਾਬਾ ਠਾਕੁਰ ਸਿੰਘ ਜੀ ਕੁਝ ਸੰਗਤ ਸਮੇਤ ਆਏ। 21 ਜੁਲਾਈ ਨੂੰ ਦਰਬਾਰ ਜਨਮ ਅਸਥਾਨ ਦੀ 4 ਦੀਵਾਰੀ ਤੇ 4-4 ਸਰੀਏ 4 ਸੂਤਰ ਮੋਟੇ ਚਾਰੇ ਪਾਸੇ ਰੱਖ ਕੇ ਡੈਮ ਪ੍ਰੂਫ ਪਾਇਆ ਗਿਆ। 3 ਰਾਜ ਮਿਸਤਰੀ ਮੱਸਾ ਸਿੰਘ ਮੁਗਲਵਾਲ, ਸ਼ਿੰਗਾਰਾ ਸਿੰਘ ਪਿੰਡ ਚੁੰਗ ਅਤੇ ਅਜੀਤ ਸਿੰਘ ਮਾਨਕਪੁਰਾ ਨੇ ਕੰਮ ਸ਼ੁਰੂ ਕੀਤਾ। 27 ਜੁਲਾਈ ਨੂੰ ਬਾਬਾ ਠਾਕੁਰ ਸਿੰਘ ਜੀ ਬਿਮਾਰ ਹੋ ਜਾਣ ਦੇ ਕਾਰਨ ਵਾਪਸ ਚਲੇ ਗਏ। 21 ਜੁਲਾਈ ਨੂੰ ਹੀ ਬਰਾਂਡੇ ਦੀ 4 ਦੀਵਾਰੀ ਤੇ 3-3 ਸਰੀਏ ਪਾ ਕੇ ਡੈਮ ਪ੍ਰੂਫ ਪਾਇਆ ਗਿਆ। 27 ਜੁਲਾਈ ਨੂੰ ਬਾਬਾ ਠਾਕੁਰ ਸਿੰਘ ਜੀ ਫਿਰ ਆ ਗਏ। ਦਰਬਾਰ ਜਨਮ ਅਸਥਾਨ ਦਾ ਕੰਮ ਚਾਲੂ ਸੀ। 30 ਜੁਲਾਈ ਨੂੰ ਬਾਬਾ ਠਾਕੁਰ ਸਿੰਘ ਜੀ ਫਿਰ ਵਾਪਸ ਚਲੇ ਗਏ। ਇਸ ਸਮੇਂ ਵਿੱਚ ਵੀ ਬਾਬਾ ਸਾਧੂ ਸਿੰਘ ਜੀ ਆਏ ਸਨ। 3 ਅਗਸਤ 1972 ਨੂੰ ਦਰਬਾਰ ਜਨਮ ਅਸਥਾਨ ਉੱਪਰ ਲੈਂਟਰ ਪੈ ਗਿਆ ਅਤੇ ਪੌੜੀਆਂ ਵੀ ਬਣ ਗਈਆਂ ਸਨ। ਸੀਮੈਂਟ ਮੁੱਕ ਜਾਣ ਦੇ ਕਾਰਨ ਅਤੇ ਅੱਗੇ ਨਾ ਮਿਲਣ ਦੇ ਕਰਕੇ ਕੰਮ ਬੰਦ ਕਰ ਦਿੱਤਾ ਗਿਆ। ਬਰਾਂਡੇ ਦੀ ਛੱਤ ਅਜੇ ਪੈਣ ਵਾਲੀ ਸੀ। 20 ਮਈ 1975 ਨੂੰ ਕੋਟਕਪੁਰੇ ਜਾ ਕੇ ਸੀਮੈਂਟ ਵਾਸਤੇ ਰੁਪਏ ਜਮ੍ਹਾਂ ਕਰਵਾਏ ਗਏ। 27 ਮਈ ਸਵੇਰੇ 9 ਵਜੇ ਤੱਕ ਟਰੱਕ ਸੀਮੈਂਟ ਦਾ ਆ ਗਿਆ ਸੀ। 30 ਮਈ ਨੂੰ ਜੀਤ ਸਿੰਘ ਸਾਧੂ ਆਇਆ, ਜਿਹੜਾ ਪਹਿਲੇ ਵੀ ਪਠਾਨਕੋਟ ਤੋਂ ਬਜਰੀ ਖਰੀਦ ਕੇ ਲਿਆਇਆ ਸੀ। ਉਸਨੇ ਆ ਕੇ 1 ਜੂਨ ਨੂੰ ਬਜਰੀ ਲੈ ਆਂਦੀ ਅਤੇ ਦਰਿਆ ਦੀ ਤੇ ਟਰੱਕ ਰੇਤ ਮੰਗਵਾਈ। ਟਰੱਕ ਵਾਲਿਆਂ ਨੇ 140 ਰੁਪਏ ਪ੍ਰਤੀ ਟਰੱਕ ਦੇ ਹਿਸਾਬ ਨਾਲ ਲਏ। 13 ਜੂਨ ਨੂੰ ਛਤੀਰੀਆਂ ਅਤੇ 14 ਜੂਨ ਨੂੰ ਫੱਟੇ ਲਿਆ ਕੇ ਕਾਲਬ ਕਰਨਾ ਸ਼ੁਰੂ ਕੀਤਾ। 16 ਜੂਨ 1975 ਨੂੰ ਬਾਬਾ ਸਾਧੂ ਸਿੰਘ ਜੀ ਕੁਝ ਸੰਗਤ ਸਮੇਤ ਆਏ। ਕਾਲਬ ਦੀ ਸੇਵਾ ਚੱਲਦੀ ਰਹੀ। ਇਸ ਵੇਰ ਜੀਤ ਸਿੰਘ, ਪ੍ਰੀਤਮ ਸਿੰਘ ਅਤੇ ਗੁਰਬਖਸ਼ ਸਿੰਘ ਮਿਸਤਰੀ ਮਾਨਕਪੁਰਾ ਵਾਲੇ ਕੰਮ ਤੇ ਲੱਗੇ। 18 ਜੂਨ ਨੂੰ ਬਾਬਾ ਸਾਧੂ ਸਿੰਘ ਜੀ ਵਾਪਸ ਚਲੇ ਗਏ। ਰੇਤ ਲਿਆਉਣ ਵਾਲੇ ਬਾਬਾ ਜੀ ਦੇ ਸੇਵਕ ਨਿਕਲੇ। ਬਾਬਾ ਸਾਧੂ ਸਿੰਘ ਜੀ ਨੇ ਹੁਕਮ ਦਿੱਤਾ ਕਿ ਕੇਵਲ ਲੱਗਾ ਮੁੱਲ ਲਿਆ ਕਰੋ। ਇਸ ਤੋਂ ਪਿੱਛੋਂ ਉਹ ਪ੍ਰਤੀ ਟਰੱਕ 100 ਰੁਪਏ ਲੈਂਦੇ ਰਹੇ। ਇਸ ਵੇਰ 8 ਟਰੱਕ ਰੇਤ ਮੰਗਵਾਈ ਗਈ। ਜੀਤ ਸਿੰਘ ਸਾਧੂ ਬਜਰੀ ਦੇ ਟਰੱਕ ਪਠਾਨਕੋਟ ਤੋਂ ਲਿਆਇਆ। 21 ਜੂਨ ਨੂੰ ਕਾਲਬ ਪੂਰਾ ਕਰਕੇ ਸਰੀਏ ਦਾ ਜਾਲ ਬਣਾ ਕੇ ਇੱਟਾਂ ਰੱਖ ਦਿੱਤੀਆਂ ਗਈਆਂ। 22 ਜੂਨ ਨੂੰ ਸਵੇਰੇ 7 ਵਜੇ ਬਾਬਾ ਸਾਧੂ ਸਿੰਘ ਜੀ ਤੇ ਬਾਬਾ ਠਾਕੁਰ ਸਿੰਘ ਜੀ ਸੰਗਤ ਸਮੇਤ ਆ ਗਏ। ਲੈਂਟਰ ਦੀ ਸੇਵਾ ਸ਼ੁਰੂ ਕੀਤੀ ਗਈ ਅਤੇ 12 ਵਜੇ ਤੱਕ ਲੈਂਟਰ ਪੈ ਗਿਆ। ਇਸ ਤੋਂ ਪਿੱਛੋਂ ਫੁਲਕਾ ਖਾਧਾ ਗਿਆ। ਫਿਰ ਦੋਵਾਂ ਸਾਹਿਬਾਂ ਨੇ ਇੱਕ ਸ਼ਬਦ ਦਾ ਸਤਸੰਗ ਕੀਤਾ ਤੇ 5 ਵਜੇ ਵਾਪਸ ਚਲੇ ਗਏ। 5 ਜੁਲਾਈ ਨੂੰ ਫਿਰ ਆਉਣ ਵਾਸਤੇ ਬਾਬਾ ਸਾਧੂ ਸਿੰਘ ਜੀ ਫਰਮਾ ਗਏ ਤਾਂ ਜੋ ਉਸ ਦਿਨ ਕਾਲਬ ਖੋਲ੍ਹ ਦਿੱਤਾ ਜਾਵੇਗਾ।
ਉਹ 5 ਜੁਲਾਈ 1975 ਨੂੰ ਆਏ ਅਤੇ ਕਲਬ ਖੋਲ੍ਹ ਦਿੱਤਾ ਗਿਆ। ਇੰਨੇ ਚਿਰ ਵਿੱਚ ਦਰਬਾਰ ਜਨਮ ਅਸਥਾਨ ਦੀ ਦੂਸਰੀ ਛੱਤ ਦੀ ਚਿਣਾਈ ਸ਼ੁਰੂ ਕਰ ਦਿੱਤੀ ਗਈ। ਰਜਵੰਤ ਸਿੰਘ ਵਲਦ ਕਰਮ ਸਿੰਘ ਪੱਟੀਵਾਲਾ ਆਪਣੀ ਟਰਾਲੀ ਤੇ ਛਤੀਰੀਆਂ ਲਿਆਇਆ। ਇੱਕ ਉਹਦੀ ਅਤੇ ਇੱਕ ਟਰਾਲੀ ਪਿੰਡ ਝਾਮਕੇ ਤੋਂ ਜੋਗਿੰਦਰ ਸਿੰਘ ਦੀ ਵੀ ਆਈ ਹੋਈ ਸੀ। ਉਹ ਸਾਰੀਆਂ ਛਤੀਰੀਆਂ ਪੱਟੀ ਲੈ ਗਏ ਅਤੇ ਸਭ ਕਿਰਾਇਆ ਦਿੱਤਾ ਗਿਆ ਅਤੇ ਸ਼ਾਮ ਨੂੰ ਬਾਬਾ ਜੀ ਵਾਪਸ ਚਲੇ ਗਏ। 28 ਅਗਸਤ 1975 ਨੂੰ ਗੁੰਬਦ ਦਾ ਕੰਮ ਥੋੜਾ ਬਾਕੀ ਰਹਿ ਗਿਆ ਸੀ, ਪਰ ਸੀਮੈਂਟ ਮੁੱਕ ਜਾਣ ਕਾਰਨ ਕੰਮ ਬੰਦ ਹੋ ਗਿਆ। ਜੰਗ ਬਹਾਦਰ ਸਿੰਘ ਵਲਦ ਕਰਮ ਸਿੰਘ ਪੱਟੀਵਾਲਾ ਹਾਲ ਫਰੀਦਕੋਟ ਆਇਆ ਹੋਇਆ ਸੀ। ਉਸਨੇ ਆਖਿਆ, ਫਰੀਦਕੋਟ ਮੇਰੇ ਪਾਸ ਸੀਮੈਂਟ 8 ਬੋਰੀਆਂ ਪਈਆਂ ਹਨ, ਉਹ ਲੈ ਆਓ ਤਾਂ ਜੋ ਗੁੰਬਦ ਦਾ ਕੰਮ ਪੂਰਾ ਹੋ ਜਾਵੇ, ਕਿਉਂਕਿ ਸੀਮੈਂਟ ਉਸ ਵੇਲੇ 50 ਰੁਪਏ ਬੋਰੀ ਬਲੈਕ ਵਿੱਚ ਵਿਕਦਾ ਸੀ ਅਤੇ ਉਹ ਵੀ ਠੀਕ ਨਹੀਂ ਮਿਲਦਾ ਸੀ। ਇਸ ਲਈ 28 ਅਗਸਤ 1975 ਨੂੰ ਬੇਲਾ ਸਿੰਘ ਫਿਰੋਜ਼ਪੁਰ ਆ ਗਿਆ ਅਤੇ ਬਾਬਾ ਸਾਧੂ ਸਿੰਘ ਜੀ ਪਾਸ ਅਰਜ਼ ਕੀਤੀ ਕਿ ਜੰਗ ਬਹਾਦਰ ਜੀ ਦੇ ਪਾਸ 8 ਬੋਰੀਆਂ ਸੀਮੈਂਟ ਫਰੀਦਕੋਟ ਪਿਆ ਹੈ, ਉਸ ਨਾਲ ਦਰਬਾਰ ਜਨਮ ਅਸਥਾਨ ਦਾ ਗੁੰਬਦ ਪੂਰਾ ਹੋ ਜਾਵੇਗਾ। ਤੁਸੀਂ ਕਾਰ ਦਿਓ ਤਾਂ ਜੋ ਉਹ ਸੀਮੈਂਟ ਲਿਆਇਆ ਜਾ ਸਕੇ। ਉਹਨਾਂ ਨੇ ਅਰਜ਼ ਮਨਜ਼ੂਰ ਕਰ ਲਈ। 29 ਅਗਸਤ ਨੂੰ ਕਾਰ ਲੈ ਕੇ ਬਾਬਾ ਤੇਜਾ ਸਿੰਘ ਸਾਧੂ ਅਤੇ ਦਰਸ਼ਨ ਸਿੰਘ ਸਾਧੂ ਜੰਗ ਬਹਾਦਰ ਸਿੰਘ ਨੂੰ ਫਰੀਦਕੋਟ ਜਾ ਮਿਲੇ। ਉਹਨਾਂ ਨੇ ਸੀਮੈਂਟ ਕਾਰ ਵਿੱਚ ਲਦਵਾ ਦਿੱਤਾ ਤੇ ਇਹ ਦੋਵੇਂ 9 ਵਜੇ ਸੀਮੈਂਟ ਲੈ ਕੇ ਚੂਸਲੇਵੜ ਪਹੁੰਚ ਗਏ। ਬਾਬਾ ਤੇਜਾ ਸਿੰਘ ਅਤੇ ਦਰਸ਼ਨ ਸਿੰਘ ਨੇ ਸੀਮੈਂਟ ਉਤਾਰ ਕੇ ਦਰਬਾਰ ਜਨਮ ਅਸਥਾਨ ਵਿੱਚ ਰੱਖਿਆ ਅਤੇ ਉਸੇ ਵੇਲੇ ਵਾਪਸ ਮੁੜ ਗਏ। 3 ਸਤੰਬਰ 1975 ਨੂੰ ਮਿਸਤਰੀ ਫਿਰ ਆਏ। 8 ਸਤੰਬਰ ਨੂੰ ਗੁੰਬਦ ਪੂਰਾ ਹੋ ਗਿਆ ਅਤੇ ਸੀਮੈਂਟ ਵੀ ਖਤਮ ਹੋ ਗਿਆ। 10 ਸਤੰਬਰ 1975 ਨੂੰ ਬਾਬਾ ਸਾਧੂ ਸਿੰਘ ਜੀ ਚੋਲਾ ਛੱਡ ਗਏ। 2 ਅਕਤੂਬਰ 1975 ਨੂੰ ਜੀਤ ਸਿੰਘ ਫਿਰ 250 ਬੋਰੀ ਸੀਮੈਂਟ ਲਿਆਇਆ। 10 ਸਤੰਬਰ 1975 ਨੂੰ ਬਾਬਾ ਸਾਧੂ ਸਿੰਘ ਜੀ ਚੋਲਾ ਛੱਡ ਗਏ। 2 ਸਤੰਬਰ 1975 ਨੂੰ ਜੀਤ ਸਿੰਘ ਫਿਰ 250 ਬੋਰੀ ਸੀਮੈਂਟ ਲਿਆਇਆ। 18 ਅਕਤੂਬਰ ਨੂੰ ਗੁੰਬਦ ਤੇ ਪਲਸਤਰ ਕੀਤਾ ਗਿਆ। 25 ਅਕਤੂਬਰ 1975 ਨੂੰ 32 ਕਿੱਲੇ ਕਲਸ਼ ਦੇ ਤਾਂਬੇ ਦੇ ਭਾਂਡੇ ਅੰਮ੍ਰਿਤਸਰ ਤੋਂ ਬਣਵਾ ਕੇ ਲਿਆਂਦੇ ਗਏ, ਜਿਸ ਤੇ 1626 ਰੁਪਏ ਖਰਚ ਆਏ। ਪਲਸਤਰ ਦਾ ਕੰਮ ਚੱਲਦਾ ਰਿਹਾ। 22 ਸਤੰਬਰ 1975 ਨੂੰ ਰਾਮਨਾਥ ਅਮਰਨਾਥ ਸੁਨਿਆਰ ਬਾਜ਼ਾਰ ਕੇਸਰੀਆਂ ਅੰਮ੍ਰਿਤਸਰ ਵਾਲੇ ਨੇ 5 ਦਿਨਾਂ ਵਿੱਚ 44 ਤੋਲੇ ਅਸਲੋਂ ਸ਼ੁੱਧ ਸੋਨਾ ਵਰਕ ਕੁੱਟ ਕੇ ਕਲਸ਼ ਦੇ ਭਾਂਡਿਆਂ ਤੇ ਚੜਾਇਆ। ਇਹ ਸਾਰਾ ਸੋਨਾ ਬਾਬਾ ਸਾਧੂ ਸਿੰਘ ਜੀ ਨੇ ਦਿੱਤਾ ਸੀ। ਇਸ ਵੇਲੇ ਇਸ ਦਾ ਮੁੱਲ 28,600 ਰੁਪਏ ਹੈ। ਰਾਮਨਾਥ ਅਮਰਨਾਥ ਦੀ ਮਜ਼ਦੂਰੀ ਭਗਤ ਸਿੰਘ ਵਲਦ ਮੁਲਾ ਸਿੰਘ ਪਿੰਡ ਸ਼ਾਹਬਾਜਪੁਰ ਨੇ 9 ਰੁਪਏ ਤੋਲੇ ਦੇ ਹਿਸਾਬ ਨਾਲ 396 ਰੁਪਏ ਸੇਵਾ ਵਿੱਚ ਦਿੱਤੇ। 9 ਸਤੰਬਰ 1975 ਨੂੰ ਪਲਸਤਰ ਦਾ ਕੰਮ ਮੁੱਕ ਗਿਆ। ਪੌੜੀਆਂ ਦਾ ਪਲਸਤਰ ਬਾਕੀ ਸੀ, ਜਿਹੜਾ 11 ਨਵੰਬਰ ਨੂੰ ਹੋ ਗਿਆ ਤਾਂ ਸੇਵਾ ਬੰਦ ਕਰ ਦਿੱਤੀ ਗਈ। ਫਰਸ਼ ਬਾਕੀ ਰਹਿ ਗਏ। 19 ਦਸੰਬਰ 1975 ਨੂੰ ਪਰਮ ਸੰਤ ਸਤਿਗੁਰੂ ਹਜੂਰ ਬਾਬਾ ਜੀ ਮਹਾਰਾਜ ਜੀ ਦਾ ਵੱਡਾ ਫੋਟੋ, ਜਿਹੜਾ ਬੀਬੀ ਕੌੜੀ ਪਿੰਡ ਵਾਂਦਰ ਜਟਾਣਾ ਜ਼ਿਲ੍ਹਾ ਫਰੀਦਕੋਟ ਨੇ ਬਣਵਾਇਆ ਸੀ ਅਤੇ ਹੁਣ ਉਹ ਸਤਲੋਕ ਚਲੀ ਗਈ ਹੈ। ਬੇਲਾ ਸਿੰਘ ਦੀ ਚਿੱਠੀ ਮਿਲਣ ਤੇ ਕਿ ਇਹ ਫੋਟੋ ਦਰਬਾਰ ਜਨਮ ਅਸਥਾਨ ਵਿੱਚ ਸਥਾਪਿਤ ਕਰਨ ਲਈ ਦਿੱਤਾ ਜਾਵੇ। ਹਰਭਗਵਾਨ ਤੇ ਸੋਹਨ ਲਾਲ ਕੋਟਕਪੁਰਾ ਵਾਲੇ ਬੀਬੀ ਦੇ ਭਤੀਜੇ ਰਣ ਸਿੰਘ ਤੋਂ ਫੋਟੋ ਲਿਆਏ ਅਤੇ ਫੋਟੋ ਦਰਬਾਰ ਜਨਮ ਅਸਥਾਨ ਵਿੱਚ ਰੱਖ ਕੇ ਵਾਪਸ ਚਲੇ ਗਏ।
ਕਾਰ ਦਾ ਕਿਰਾਇਆ 125 ਰੁਪਏ ਹਰ ਭਗਵਾਨ ਤੇ ਸੋਹਣ ਲਾਲ ਨੇ ਆਪ ਦਿੱਤਾ। ਜਿੰਨੀ ਸੰਗਤ ਦੇ ਪਤੇ ਬੇਲਾ ਸਿੰਘ ਦੇ ਪਾਸ ਸੀ, ਉਹਨਾਂ ਨੂੰ ਖੱਤ ਲਿਖ ਦਿੱਤੇ ਗਏ ਕਿ ਦਰਬਾਰ ਜਨਮ ਅਸਥਾਨ ਤੇ ਕਲਸ਼ ਚੜਾਉਣ ਦਾ ਭੰਡਾਰਾ 21 ਦਸੰਬਰ 1975 ਨੂੰ ਹੋਵੇਗਾ। ਸਭ ਦਰਸ਼ਨ ਦੇਣ। 21 ਦਸੰਬਰ 1975 ਨੂੰ ਸਵੇਰੇ ਪਹਿਲਾਂ ਸਤਿਗੁਰਾਂ ਦੀ ਫੋਟੋ ਤੋਂ ਪਰਦਾ ਹਟਾਇਆ ਗਿਆ ਅਤੇ ਪਿੱਛੋਂ ਦਰਬਾਰ ਜਨਮ ਅਸਥਾਨ ਤੇ ਕਲਸ਼ ਤੋਂ ਪਰਦਾ ਹਟਾਇਆ ਗਿਆ। ਸੰਗਤ ਬਹੁਤ ਸਾਰੀ ਸੀ, ਇਸ ਲਈ ਸੰਗਤ ਅੱਗੇ ਬੇਨਤੀ ਕੀਤੀ ਗਈ ਕਿ ਪੌੜੀਆਂ ਉੱਪਰ ਚੜ੍ਹਨ ਤੇ ਬਹੁਤ ਵਕਤ ਲੱਗੇਗਾ, ਉੱਪਰ ਕੋਈ ਨਾ ਆਵੇ। ਬਰਾਂਡੇ ਉੱਤੇ ਸਤਿਗੁਰਾਂ ਦੀ ਫੋਟੋ ਰੱਖ ਕੇ ਸੰਗਤ ਨੂੰ ਦਰਸ਼ਨ ਕਰਾਏ ਗਏ ਅਤੇ ਉਸ ਦੇ ਪਿੱਛੋਂ ਲੱਖਾ ਰਾਮ ਜੰਡਿਆਲਾ ਗੁਰੂ ਦੀ ਕਾਰ ਤੇ ਸਤਿਗੁਰਾਂ ਦਾ ਸਰੂਪ ਰੱਖ ਕੇ ਜਲੂਸ ਕੱਢਿਆ ਗਿਆ। ਕਾਰ ਦੇ ਅੱਗੇ ਬੈਂਡ ਬਾਜਾ ਵੱਜ ਰਿਹਾ ਸੀ ਅਤੇ ਪਿੱਛੇ ਪਿੱਛੇ ਸੰਗਤ ਸ਼ਬਦ ਪੜ੍ਹਦੀ ਜਾ ਰਹੀ ਸੀ। ਇਸ ਤਰ੍ਹਾਂ ਸਾਰੇ ਡੇਰਾ ਲੰਗਰ ਘਰ ਪੁੱਜੇ। ਬਾਬਾ ਪ੍ਰਤਾਪ ਸਿੰਘ ਅਤੇ ਬਾਬਾ ਠਾਕੁਰ ਸਿੰਘ ਜੀ ਨੇ ਸਤਸੰਗ ਫਰਮਾਇਆ। ਸਾਰਾ ਦਿਨ ਲੰਗਰ ਚੱਲਦਾ ਰਿਹਾ। ਲੰਗਰ ਦਾ ਸਾਰਾ ਖਰਚ ਬਾਬਾ ਤੇਜਾ ਸਿੰਘ ਜੀ ਨੇ ਕੀਤਾ। ਉਹ ਫਿਰੋਜ਼ਪੁਰ ਤੋਂ ਘਿਓ, ਆਟਾ, ਦਾਲ, ਰਵਾ, ਖੰਡ ਆਦਿ ਸਭ ਕੁਝ ਨਾਲ ਲਿਆਏ ਸਨ। ਬਾਬਾ ਠਾਕੁਰ ਸਿੰਘ ਜੀ ਨੇ 3 ਦੇਗ ਜਰਦਾ ਬਣਾਇਆ। ਸਤਸੰਗ ਤੋਂ ਪਿੱਛੋਂ ਬਾਬਾ ਠਾਕੁਰ ਸਿੰਘ ਜੀ, ਬਾਬਾ ਪ੍ਰਤਾਪ ਸਿੰਘ ਜੀ ਤੇ ਬਹੁਤ ਸਾਰੀ ਸੰਗਤ ਚਲੀ ਗਈ। ਬਾਬਾ ਤੇਜਾ ਸਿੰਘ ਜੀ ਅਤੇ ਥੋੜੀ ਸੰਗਤ ਰਹਿ ਗਈ। ਸੰਗਤ ਵਿੱਚ ਦੱਸਿਆ ਗਿਆ ਕਿ ਹਰ ਸਾਲ 25 ਚੇਤ, ਜਿਸ ਦਿਨ ਹਜੂਰ ਬਾਬਾ ਜੀ ਮਹਾਰਾਜ ਸਾਹਿਬ ਜੀ ਨੇ ਨਾਮ ਦੇਣਾ ਸ਼ੁਰੂ ਕੀਤਾ ਸੀ, ਭੰਡਾਰਾ ਕੀਤਾ ਜਾਇਆ ਕਰੇਗਾ। ਇੰਦਰ ਸਿੰਘ ਪੰਜਾਬੀ ਉਲਥਾ ਕਰਨ ਵਾਲੇ ਵੱਲੋਂ। ਉਹ ਹਜੂਰ ਸਤਿਗੁਰੂ ਮਹਾਰਾਜ ਜੀ ਦਾ ਦਰਬਾਰ ਜਨਮ ਅਸਥਾਨ ਕਿਸੇ ਇੱਕ ਦੀ ਮਾਲਕੀ ਨਹੀਂ ਹੈ, ਇਹ ਸੰਗਤ ਦੀ ਚੀਜ਼ ਹੈ ਤੇ ਸੰਗਤ ਨੇ ਹੀ ਸੇਵਾ ਕਰਕੇ ਬਣਾਈ ਹੈ। ਸਤਿਗੁਰੂ ਜੀ ਸਭ ਤੇ ਦਇਆ ਕਰਦੇ ਆਏ ਹਨ ਅਤੇ ਅੱਗੇ ਵੀ ਕਰਦੇ ਰਹਿਣਗੇ। ਭਾਈ ਬੇਲਾ ਸਿੰਘ ਜੀ ਨੇ ਬੜੀ ਮਹਾਨ ਘਾਲਨਾ ਘਾਲ ਕੇ ਹਜੂਰ ਜੀ ਦੀ ਜਨਮ ਸਾਖੀ ਲਿਖੀ ਅਤੇ ਦਰਬਾਰ ਜਨਮ ਅਸਥਾਨ ਦੀ ਸੇਵਾ ਕੀਤੀ ਹੈ, ਜਿਸ ਨਾਲ ਆਮ ਲੋਕਾਂ ਨੂੰ ਵੀ ਹਜੂਰ ਜੀ ਦੇ ਜੀਵਨ ਅਤੇ ਦਇਆ ਕਿਰਪਾ ਦਾ ਪਤਾ ਲੱਗ ਗਿਆ ਹੈ। ਅਸੀਂ ਭਾਈ ਸਾਹਿਬ ਜੀ ਦੇ ਬਹੁਤ ਬਹੁਤ ਧੰਨਵਾਦੀ ਹਾਂ। ਗਿਆਨੀ ਇੰਦਰ ਸਿੰਘ, ਸ਼ਾਹਬਾਜ਼ਪੁਰ। ਸਾਰੀ ਸੰਗਤ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਰੀ ਜਨਮ ਸਾਖੀ ਸੁਣੀ। ਉਹ ਸੰਗਤ ਬੜੀ ਭਾਗਾਂ ਵਾਲੀ ਹੈ ਜਿਨ੍ਹਾਂ ਨੇ ਇਹ ਜਨਮ ਸਾਖੀ ਸੁਣੀ, ਕਿਉਂਕਿ ਭਾਗਾਂ ਤੋਂ ਬਿਨਾਂ ਇਹ ਜਨਮ ਸਾਖੀ ਕੋਈ ਨਹੀਂ ਸੁਣ ਸਕਦਾ। ਧੰਨਵਾਦ ਜੀ। ਰਾਧਾ ਸੁਆਮੀ।